ਇਸ ਵੇਲੇ ਜੱਸੀ ਜਸਰਾਜ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਜੱਸੀ ਭਾਜੀ, ਇਹ ਦੱਸੋ ਸਭ ਤੋਂ ਪਹਿਲਾਂ ਗੱਲ ਫਿਲਮ ਤੋਂ ਸ਼ੁਰੂ ਕਰੀਏ। ਹਾਂਜੀ, ਜਿਹੜੀ ਤੁਸੀਂ ਫਿਲਮ ਹੁਣ YouTube 'ਤੇ ਅੱਧੇ ਘੰਟੇ ਦੀ, ਉਹਦੇ ਵਿੱਚ ਗੀਤ ਦਾ ਐਲੀਮੈਂਟ ਵੀ ਹੈ। ਬਿਲਕੁਲ ਜੀ। ਅਤੇ ਜਿਹੜਾ ਗਨ ਕਲਚਰ ਗੀਤਾਂ ਦੇ ਵਿੱਚ ਜਾਂ ਓਵਰਆਲ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਗਨ ਕਲਚਰ ਇਹੋ ਜਿਹਾ ਜੁੜ ਗਿਆ ਪਿਛਲੇ ਤਕਰੀਬਨ 10-15 ਸਾਲਾਂ ਤੋਂ ਸਪੈਸ਼ਲੀ, ਕਿ ਉਹ ਤੋਂ ਬਗੈਰ ਹੁਣ ਕੋਈ ਗੀਤ ਲੱਗਦਾ ਕਿਸੇ ਆਰਟਿਸਟ ਨੂੰ ਐਂ ਲੱਗਣ ਲੱਗ ਗਿਆ ਵੀ ਜੇ ਉਹ ਤੋਂ ਬਗੈਰ ਗਾਣਾ ਹੋਇਆ ਤਾਂ ਸ਼ਾਇਦ ਹਿੱਟ ਹੀ ਨਹੀਂ ਹੋਣਾ। ਇਹ ਵਜ੍ਹਾ ਕੀ ਹੋਈ? ਗੱਲ ਇਹ ਨਾ ਜੀ, ਦੇਖੋ ਜਿਹੜਾ ਕੋਈ ਵੀਕ ਪੁਆਇੰਟ ਹੁੰਦਾ ਯੂਥ ਦਾ, ਜਾਂ ਤਾਂ ਦੇਖੋ ਯੂਥ ਨੇ ਜਾਣਾ ਹੁੰਦਾ ਨੰਗੇਜ਼ ਵੱਲ, ਜਿਹਦੇ ਵੱਲੋਂ ਸਭ ਤੋਂ ਜ਼ਿਆਦਾ ਛੇਤੀ ਅਟਰੈਕਟ ਹੁੰਦਾ ਬਿਕੋਜ਼ ਉਹਦੀ ਬੋਡੀ 'ਚ ਹਾਰਮੋਨਲ ਚੇਂਜਸ ਆ ਰਹੀਆਂ ਹੁੰਦੀਆਂ, ਜਾਂ ਫਿਰ ਜਿਹੜਾ ਸਾਡਾ ਰੈਵੋਲੂਸ਼ਨਰੀ ਬਲੱਡ ਹੈ ਪੰਜਾਬੀਆਂ ਦਾ, ਸਾਡੀ ਅਰਦਾਸ ਦੇ ਵਿੱਚ ਵੀ ਤੁਸੀਂ ਦੇਖੋਗੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਉਹਨਾਂ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ, ਇਹ ਕਿਹਾ ਜਾਂਦਾ। ਪਰ ਉਹ ਧਰਮ ਹੇਠ ਕਿਹਾ ਜਾਂਦਾ। ਮੈਂ ਉਹੀ ਕਹਿ ਰਿਹਾ ਜੀ। ਦੇਖੋ ਉੱਥੋਂ ਦੀ ਵੀ ਸਾਨੂੰ ਉਹ ਪੁਰਾਣੇ ਸ਼ਹੀਦਾਂ ਦੀ ਜਿਹੜੀ ਕੀਤੀ ਹੋਈ ਸ਼ਹਾਦਤ ਹੈ, ਉਹਨੂੰ ਅਸੀਂ ਆਪਣੀ ਅਰਦਾਸ 'ਚ ਵੀ, ਚਾਹੇ ਬੱਚਾ ਜੰਮੇ ਅਤੇ ਚਾਹੇ ਕੋਈ ਸਾਡਾ ਸਵਰਗ ਸੁਧਾਰ ਜੇ, ਨਰਕ ਸੁਧਾਰ ਜੇ, ਜਿੱਥੇ ਵੀ ਜਾਂਦਾ, ਅਸੀਂ ਅਰਦਾਸ ਦਾ ਸਹਾਰਾ ਲੈਂਦੇ। ਜੇ ਵਿਆਹ ਹੁੰਦਾ ਤਾਂ ਵੀ ਉਸੇ ਅਰਦਾਸ ਦਾ ਸਹਾਰਾ ਲੈਂਦੇ ਹਾਂ। ਅਸੀਂ ਖੁਸ਼ੀ ਗਮੀ 'ਚ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਾਂ। ਸਾਡੀ ਬਲੱਡ ਲਾਈਨ ਆ ਜਿਹੜੀ, ਉਹ ਰੈਵੋਲੂਸ਼ਨਰੀ ਹੈ। ਅਸੀਂ ਜਿੱਥੇ ਵੀ ਇਨਜਸਟਿਸ ਹੋਇਆ, ਪੰਜਾਬੀ ਡਟ ਕੇ ਖੜ੍ਹਦੇ ਆ, ਚਾਹੇ ਦੇਸ਼ 'ਚ ਹੋਵੇ ਅਤੇ ਚਾਹੇ ਵਿਦੇਸ਼ 'ਚ ਹੋਵੇ। ਉਸੇ ਜਿਹੜੀ ਇੱਕ ਸਾਡੀ ਉਹ ਹੈ ਨਾ ਬਲੱਡ ਲਾਈਨ ਦਾ ਇੱਕ ਅੰਸ਼ ਜਿਹੜਾ ਹੈਗਾ, ਉਹ ਤੱਤਾ ਰਹਿੰਦਾ ਹਮੇਸ਼ਾ। ਸੋ ਕੀ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਉਹ ਰੈਵੋਲੂਸ਼ਨਰੀ ਬਲੱਡ ਲਾਈਨ ਆ, ਉਹ ਰੈਵੋਲੂਸ਼ਨ ਨੂੰ ਐਗਰੈਸ਼ਨ ਅਤੇ ਵਾਇਲੈਂਸ ਦੇ ਨਾਲ ਉਹ ਸਿੱਧਾ ਸੰਬੰਧ ਉਹਦਾ ਜੋੜ ਦਿੱਤਾ ਗਿਆ? ਉਹਨੂੰ ਕੀ ਕਰਦੇ ਆ ਜੀ, ਉਹ ਇਨਕੈਸ਼ ਕਰਦੇ ਆ ਆਪਣੇ ਪੈਸੇ ਬਣਾਉਣ ਲਈ। ਉਹ ਜਿਹੜਾ ਯੂਥ ਹੈ ਉਹ ਸਭ ਤੋਂ ਜ਼ਿਆਦਾ, ਬਈ ਉਹ ਬੰਦਾ ਕਹਿੰਦਾ ਵੀ ਉਹਨੇ ਫਲਾਣੇ ਵੀਡੀਓ 'ਚ ਦੇਖਿਆ ਕਿਹੜੀ ਗਨ ਕੱਢੀ ਹੈ, ਬਈ ਉਹਨੇ ਗਨ ਕੱਢੀ, ਉਹ 'ਤੇ ਫਲਾਣਾ ਇੱਦਾਂ ਅਤੇ ਉੱਦਾਂ, ਹੈ ਨਾ। ਜੇ ਹਰ 10 ਗਾਣਿਆਂ ਵਿੱਚੋਂ 8 ਗਾਣੇ ਤੁਸੀਂ ਗਨ ਕਲਚਰ ਦੇ ਦਓਗੇ, ਗੈਂਗ ਵਾਰ ਦੇ, ਗੈਂਗਸਟਰ ਦੇ ਦਓਗੇ, ਅਤੇ ਜਿਹੜਾ ਯੂਥ ਹੈ ਭਾਜੀ 12 ਸਾਲ ਤੋਂ ਅੱਜ ਕੱਲ੍ਹ ਨਾ ਪ੍ਰੀ ਮੈਚਿਓਰ ਹੋ ਗਿਆ। ਪਹਿਲਾਂ ਹੁੰਦਾ ਸੀ 18-20 ਸਾਲ ਦੇ ਬੱਚੇ ਵੀ ਨਾ ਬੰਟੇ ਖੇਡਦੇ ਹੁੰਦੇ ਸੀ ਜੀ, ਅਤੇ ਹੁਣ ਕੀ ਆ, 12 ਸਾਲ ਦਾ ਜਵਾਕ ਹੀ ਗੈਜਟ ਚੱਕੀ ਫਿਰਦਾ ਅਤੇ ਉਹਨੂੰ ਸਾਰੀ ਅਕਲ ਹੈਗੀ ਆ। ਅਤੇ ਉਹ 12 ਸਾਲ ਤੋਂ ਸਮਝ ਲਓ 22 ਤੋਂ 32 ਸਾਲ ਤੱਕ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਮੈਂ ਜਾਣਾ ਕਿੱਧਰ ਹੈ ਅਤੇ ਹੋ ਕੀ ਰਿਹਾ। ਉਹਦੇ ਕਰਕੇ ਉਹ ਜਿਹੜਾ ਸਿੰਗਰ ਜਾਂ ਆਰਟਿਸਟ ਹੈ, ਜਿਹੜੀ ਕਲਮ ਹੈ, ਜਿਹੜੀ ਇੱਕੋ ਹੀ ਚੀਜ਼ ਨੂੰ ਪ੍ਰਮੋਟ ਕਰੀ ਜਾ ਰਹੀ ਹੈ ਟੀਵੀ ਚੈਨਲਾਂ 'ਤੇ, ਬਿਕੋਜ਼ ਗਲੈਮਰਾਈਜ਼ ਵਰਲਡ ਹੈ। ਇੱਕ ਸੋਹਣੀ ਜਿਹੀ ਕੁੜੀ ਆਉਂਦੀ ਹੈ, ਵੱਡੀ ਜਿਹੀ ਗੱਡੀ ਆਉਂਦੀ ਹੈ, ਅਤੇ ਹਰ ਗੱਲ 'ਚ ਉਹ ਗਨ ਕੱਢ ਲਈ ਜੀ, ਅਤੇ ਐਂ ਕਰ ਲਿਆ ਅਤੇ ਉਹਨੇ ਮਾਰਤੀ ਗੋਲੀ। ਅਸੀਂ ਇਹਦੇ 'ਚ ਵੀ ਕਿਹਾ ਆਪਣੇ ਜਿਹੜੀ ਫਿਲਮ ਹੈ ਕਿ ਬਾਰਡਰਾਂ 'ਤੇ ਭੇਜੋ ਜਿਹੜੇ ਸਿਰਫ ਗੀਤਾਂ ਵਿੱਚ ਬਣਦੇ ਦਲੇਰ ਬਾਲੇ, ਓਏ ਖਾਣੇ ਖੀਰੇ ਅਤੇ ਪੱਦ ਬਦਾਮਾਂ ਵਾਲੇ। ਵੀ ਅਸੀਂ ਇਹ ਲੋਕੀ ਕਹਿੰਦੇ ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕੀਤਾ। ਮੈਂ ਕਹਿੰਦਾ, ਮੈਂ ਤੁਹਾਨੂੰ ਪੁੱਛਣ ਲੱਗਾ ਸੀ, ਉਹ ਤੁਹਾਨੂੰ ਲੱਗਦਾ ਨਹੀਂ ਜਿਹੜੀ ਇਹਦੇ ਵਿੱਚ ਜੋ ਕੈਰੈਕਟਰ ਵੀ ਬਣਾਇਆ ਗਿਆ ਜਾਂ ਜੋ ਇਹਦਾ ਟਾਈਟਲ ਵੀ ਆ, ਕਿ ਇਹ ਸਪੈਸੀਫਿਕਲੀ ਇੱਕੋ ਇੱਕ ਕਲਾਕਾਰ ਨੂੰ ਟਾਰਗੇਟ ਕਰਕੇ, ਕਿ ਜਾਂ ਤਾਂ ਹੋਵੇ ਕਿ ਉਹੀ ਇੱਕ ਵਿਅਕਤੀ ਆ ਜਿਹੜਾ ਕਿ ਇਸ ਤਰ੍ਹਾਂ ਦੇ ਗੀਤ ਗਾ ਰਿਹਾ, ਪੂਰੀ ਇੰਡਸਟਰੀ ਦੇ ਵਿੱਚ ਰੁਝਾਨ ਹੀ ਇਹੋ ਜਿਹਾ ਬਣਿਆ ਹੋਇਆ। ਸੋ ਉਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਉਸ ਪਰਟੀਕੁਲਰ ਆਰਟਿਸਟ ਦੇ ਫੈਨਸ ਨੇ, ਮੂਸੇ ਵਾਲੇ ਦੀ ਗੱਲ ਹੀ ਹੈ ਇੱਥੇ ਸਿੱਧੀ, ਤੁਹਾਡੀ ਫਿਲਮ ਦੇ ਉੱਪਰ ਜਿੱਥੇ ਲਾਈਕਸ ਨੇ ਉੱਥੇ ਹੀ ਡਿਸਲਾਈਕਸ ਦੀ ਗਿਣਤੀ ਵੀ ਉਨੀ ਹੀ ਉਹਦੇ ਨੇੜੇ ਤੇੜੇ ਘੁੰਮ ਰਹੀ ਹੈ। ਕੰਪੀਟੀਸ਼ਨ ਚੱਲ ਰਿਹਾ ਜੀ। 7000 ਡਿਸਲਾਈਕ ਹੋਰ ਕਰ ਦੇਣ ਅਤੇ ਮੇਰੇ ਲਾਈਕਸ ਦੇ ਬਰਾਬਰ ਪਹੁੰਚ ਜਾਣਗੇ। ਬਟ ਇਫ ਯੂ ਸੀ ਦਾ ਕੰਪੀਟੀਸ਼ਨ, ਮੈਂ ਅੱਜ ਵੀ ਲਾਈਵ ਵੀਡੀਓ ਪਾਉਣਾ ਇਸ ਟੌਪਿਕ 'ਤੇ, ਕਿ ਮੈਂ ਕਹਿੰਦਾ ਜਿਹੜੇ ਡਿਸਲਾਈਕ ਕਰਦੇ ਆ, ਜ਼ੋਰ ਲਾਓ ਜਿੰਨਾ ਲਾ ਸਕਦੇ ਹੋ, ਕਿ ਤੁਸੀਂ ਮੇਰੇ ਲਾਈਕਸ ਦੇ ਬਰਾਬਰ ਪਹੁੰਚੋ, ਮੈਨੂੰ ਸੁਪਰਸੀਡ ਕਰ ਜਾਓ, ਅੱਗੇ ਲੰਘ ਜਾਓ ਡਿਸਲਾਈਕ ਵਾਲੀ, ਤਾਂ ਕਿ ਮੈਨੂੰ ਵੀ ਤਾਂ ਪਤਾ ਲੱਗੇ ਕਿ ਯਾਰ ਇੰਨੇ ਬੰਦਿਆਂ ਦੀ ਰੇਸ਼ੋ ਹੈ ਜਿਹੜੀ ਉਸ ਚੀਜ਼ ਨੂੰ ਪਸੰਦ ਕਰਦੀ ਹੈ। ਪੀਪਲ ਸੇ ਕਿ ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕੀਤਾ। ਮੈਂ ਕਿਹਾ ਨੋ, ਡੋਂਟ ਸੇ ਦੈਟ। ਸ਼ੁਰੂ 'ਚ ਹੀ ਤੁਸੀਂ ਦੇਖਿਓ ਇੰਡੀਆ ਪਾਕਿਸਤਾਨ ਦੇ 2 ਫੌਜੀਆਂ ਦੀ ਗੁਫ਼ਤਗੂ ਹੈ। ਬਿਲਕੁਲ। ਉਹਦੇ ਵਿੱਚੋਂ ਕੀ ਕਹਿੰਦਾ ਪਾਕਿਸਤਾਨੀ ਫੌਜੀ? ਉਹ ਕਹਿੰਦਾ ਵੀ ਤੁਹਾਡੇ ਜਵਾਨਾਂ ਦੇ ਜ਼ੁਬਾਨ ਦੇ ਉੱਪਰ ਜਿਹੜੇ ਗੀਤ ਹੋਣਗੇ, ਲੈਨਿਨ ਦੀ ਇਹ ਇੱਕ ਕਹੀ ਹੋਈ ਗੱਲ ਹੈ। ਲੈਨਿਨ ਤਾਂ ਮੂਸੇ ਵਾਲੇ ਨਾਲ ਕੋਈ, ਕਿਸੇ ਮੂਸੇ ਨਾਲ ਆ ਉਹਦੇ ਨਾਲ ਕੋਈ ਸੰਬੰਧ ਨਹੀਂ। ਲੈਨਿਨ ਨੂੰ ਸ਼ਹੀਦ ਭਗਤ ਸਿੰਘ ਵੀ ਫੋਲੋ ਕਰਦੇ ਸੀ। ਅਗਰ ਉਹ ਕਹਿੰਦਾ ਜਾਂਦਾ, ਲੈਨਿਨ ਕਹਿੰਦਾ ਕਿ ਤੁਹਾਡੇ ਦੇਸ਼ ਦੇ ਲੋਕਾਂ ਅਤੇ ਜਵਾਨੀ ਦੇ ਮੂੰਹ 'ਤੇ ਕਿਹੋ ਜਿਹੇ ਗੀਤਾਂ ਦੇ ਬੋਲ ਨੇ, ਮੈਨੂੰ ਉਹਨਾਂ ਗੀਤਾਂ ਦੇ ਬੋਲ ਸੁਣਾ ਦਿਓ, ਮੈਂ ਤੁਹਾਨੂੰ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ। ਅਤੇ ਲੈਨਿਨ ਭਾਜੀ ਮੂਸਿਆਂ ਤੋਂ ਬਹੁਤ ਵੱਡਾ ਆ। ਉਹ ਗੱਲ ਕਹਿ ਗਿਆ ਜਿਹਦੇ ਤੋਂ ਅੱਜ ਪਤਾ ਲੱਗਦਾ ਕਿ ਸਾਡੀ ਜਵਾਨੀ ਦੇ ਮੂੰਹ 'ਤੇ ਕਿਹੋ ਜਿਹੇ ਗੀਤ ਨੇ। ਪਰ ਤੁਹਾਨੂੰ ਕਈ ਵਾਰ ਇਹ ਲੱਗਦਾ ਕਿ ਜੇ ਕਿਸੇ ਨੂੰ ਸੇਧ ਦੇਣ ਵਾਸਤੇ, ਜਿਵੇਂ ਇਸ ਗੀਤ ਦੇ ਵਿੱਚ, ਇਸ ਸ਼ਾਰਟ ਫਿਲਮ ਦੇ ਵਿੱਚ ਜੋ ਤੁਸੀਂ ਗੱਲ ਕੀਤੀ ਆ, ਕਿ ਤਿੱਖੀ ਗੱਲ ਕਰਨ ਦੇ ਵਾਸਤੇ ਤਿੱਖੀ ਸ਼ਬਦਾਵਲੀ ਰੱਖਣੀ ਜ਼ਰੂਰੀ ਆ? ਬਿਲਕੁਲ ਭਾਜੀ। ਦੇਖੋ, ਜ਼ਹਿਰ ਦਾ ਮੁਕਾਬਲਾ ਜ਼ਹਿਰ ਨਾਲ ਹੁੰਦਾ ਹੈ। ਜ਼ਹਿਰ ਨੂੰ ਜ਼ਹਿਰ ਵੱਢਦਾ, ਲੋਹੇ ਨੂੰ ਲੋਹਾ ਵੱਢਦਾ।
ਜੇ ਇੱਕ ਮਿਊਜ਼ਿਕ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕਰਕੇ ਕੋਈ ਬੰਦਾ ਮਿਊਜ਼ੀਕਲੀ ਇਨਫਲੂਐਂਸ ਕਰ ਰਿਹਾ ਯੂਥ ਨੂੰ, ਉਹ ਆਪਣੇ ਪ੍ਰੋਡਕਟ ਦੇ ਰਿਹਾ। ਮੈਂ ਤੇ 7 ਸਾਲਾਂ ਬਾਅਦ ਉੱਠਿਆ, ਮੈਂ ਤੇ ਰਾਜਨੀਤੀ 'ਚ ਚਲ ਗਿਆ ਸੀ 7 ਸਾਲਾਂ ਲਈ, ਉਹ ਤੋਂ ਬਾਅਦ ਹੁਣ ਉੱਠਿਆ। ਆਉਂਦੇ ਹੀ ਅਗਰ ਮੈਂ ਕੋਈ ਗੱਲ ਕੀਤੀ ਹੈ ਤੇ ਪੰਜਾਬ ਨੂੰ ਬਚਾਉਣ ਵਾਲੀ ਗੱਲ ਕੀਤੀ ਹੈ। ਇਹਦੇ 'ਚ ਅਸੀਂ ਗੱਲ ਕੀਤੀ ਹੈ ਕਿ ਆਪਣੇ ਜਾਤ ਪਾਤ ਦੀ, ਜੇ ਤੁਸੀਂ ਉਹਦੇ 'ਚ ਦੇਖੋ ਉਹਦਾ ਕੋਈ ਲੈਣਾ ਦੇਣਾ ਨਹੀਂ। ਨਹੀਂ, ਮੈਂ ਮੰਨਦਾ ਤੁਹਾਡੀ ਗੱਲ। ਉਹ ਜਿਹੜਾ ਤੁਸੀਂ ਕਿਹਾ ਨਾ ਵੀ ਤੁਸੀਂ 7 ਸਾਲ ਬਾਅਦ ਹੁਣ ਤੁਸੀਂ ਦੁਬਾਰਾ ਤੋਂ ਐਕਟਿਵ ਇੱਧਰਲੇ ਪਾਸੇ ਨੂੰ ਹੋਏ ਹੋ, ਇਸੇ ਕਰਕੇ ਜਿਹੜਾ ਕ੍ਰਿਟੀਕ ਹੈ ਇਹ ਆਉਂਦਾ ਵੀ ਕਿਉਂਕਿ 7 ਸਾਲਾਂ ਬਾਅਦ ਆਏ, ਇੱਕ ਉਹ ਟਾਰਗੇਟ ਕਰਕੇ ਇੱਕ ਵਿਅਕਤੀ ਉੱਪਰ ਜਿਹਦੇ ਬਾਰੇ ਪਤਾ ਵੀ ਕੋਈ ਵੀ ਗੱਲ ਕਰਦੇ ਹੋ ਸੋਸ਼ਲ ਮੀਡੀਆ 'ਤੇ ਉਹਨੂੰ ਪਾ ਦਿਓ ਅਤੇ ਉਹਦੇ ਉੱਪਰ ਤੁਹਾਨੂੰ ਰਿਐਕਸ਼ਨ ਮਿਲਣਾ ਸ਼ੁਰੂ ਹੋ ਜਾਂਦਾ। ਸੋ ਜਿਹੜਾ ਇਹੀ ਇੱਕ ਆਈ ਥਿੰਕ ਤੁਹਾਡੇ ਇਸੇ ਗੱਲ ਦੇ ਵਿੱਚੋਂ ਸਵਾਲ ਵੀ ਉੱਭਰਦਾ ਕਿ 7 ਸਾਲਾਂ ਬਾਅਦ ਆਉਣਾ ਅਤੇ ਇਹ ਗੱਲ ਕਰਨੀ, ਕਿ ਉਹਨੂੰ ਇਸੇ ਅੰਦਾਜ਼ ਦੇ ਵਿੱਚ ਕੀਤਾ ਜਾਣਾ ਲਾਜ਼ਮੀ ਸੀ, ਕਿਉਂਕਿ ਇਸੇ ਫਿਲਮ ਦੇ ਵਿੱਚ ਜੇ ਗਨ ਕਲਚਰ ਦੇ ਵਿਰੋਧ ਵਿੱਚ ਗੱਲ ਹੋ ਰਹੀ ਆ, ਜਿਹੜਾ ਕਿਰਦਾਰ ਤੁਸੀਂ ਨਿਭਾ ਰਹੇ ਹੋ ਉਹ ਵੀ ਇੱਕ ਪਿਸਤੌਲ ਨੂੰ, ਹਾਲਾਂਕਿ ਉਸਨੇ ਫੌਜੀ ਦੀ ਵਰਦੀ ਪਹਿਨੀ ਹੋਈ ਆ, ਪਰ ਉਹ ਵੀ ਇੱਕ ਪਿਸਤੌਲ ਨੂੰ ਲੈ ਕੇ ਕਿਸੇ ਇੱਕ ਵਿਅਕਤੀ ਵੱਲ ਉਹ ਗੋਲੀ ਚਲਾ ਰਿਹਾ ਜਾਂ ਉਸ ਪਿਸਤੌਲ ਨੂੰ ਦਿਖਾ ਕੇ ਉਹਨੂੰ ਡਰਾ ਰਿਹਾ ਕਿ ਮੈਂ ਇਹ ਵੀ ਕਰ ਸਕਦਾ। ਸੋ ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਚੀਜ਼ ਨੂੰ ਅਸੀਂ ਜਿਹਦੀ ਨਿਖੇਧੀ ਕਰਨਾ ਚਾਹ ਰਹੇ ਹਾਂ ਉਹਦਾ ਹੀ ਸਹਾਰਾ ਲੈਣਾ ਪੈ ਰਿਹਾ? ਮੇਰੀ ਗੱਲ ਸੁਣੋ ਜੀ, ਇਹਦੇ 'ਚ ਨਾ ਬਹੁਤ ਮੁੱਦੇ ਚੱਕੇ ਆਪਾਂ ਨੇ। ਜਿਹੜਾ ਤੁਸੀਂ ਗਨ ਕਲਚਰ ਦੱਸਦੇ ਹੋ, ਜਿਹੜਾ ਸਾਡੇ ਵੱਲ ਲੋਕ ਕਹਿੰਦੇ ਆ, ਬਹੁਤ ਵਧੀਆ ਕੁਐਸਚਨ ਹੈ। ਉਰੇ ਵਿਆਹਾਂ ਦੇ ਵਿੱਚ ਸਾਡੇ ਗੋਲੀ ਚੱਲਦੀ ਹੈ, ਗੋਲੀ ਚਲਾਉਣ ਨੂੰ ਫੈਸ਼ਨ ਮੰਨਿਆ ਜਾਂਦਾ, ਜੋ ਕਿ ਨਹੀਂ ਹੋਣਾ ਚਾਹੀਦਾ। ਜੋ ਕਿ ਉੱਥੇ ਗੋਲੀ ਚੱਲਦੀ ਹੈ ਤੇ ਫੌਜੀ ਦਾ ਜਵਾਕ, ਜਿਹਦਾ ਕਿਰਦਾਰ ਮੈਂ ਨਿਭਾ ਰਿਹਾ, ਉਹਦਾ ਜਵਾਕ ਮਰ ਜਾਂਦਾ ਫੌਜੀ ਦਾ। ਹਰ ਕੋਈ ਬੰਦਾ ਇਹ ਕਿਉਂ ਨਹੀਂ ਸੋਚਦਾ ਕਿ ਉਹ ਫੌਜੀ ਮੈਂ ਹਾਂ। ਜੇ ਤੁਸੀਂ ਵਿਆਹ ਤੇ ਸ਼ਗਨ ਮਨਾਉਣ ਗਏ ਹੋ, ਰਾਈਟ, ਤੁਹਾਡਾ ਉੱਥੇ ਬੱਚਾ ਜਾਂ ਤੁਹਾਡੇ ਕੋਈ ਦੂਲੇ ਦੇ ਗੋਲੀ ਵੱਜ ਗਈ, ਕਈ ਵਾਰੀ ਕਿਸੇ ਦੀ ਮਾਂ ਦੇ ਗੋਲੀ ਵੱਜ ਜਾਂਦੀ ਹੈ, ਕਿੰਨੇ ਹੀ ਐਪੀਸੋਡਸ ਆਉਂਦੇ ਆ। ਤੇ ਭਾਜੀ ਜਿਹਦਾ ਜੀ ਜਾਂਦਾ ਨਾ, ਉਹਨੂੰ ਪਤਾ ਵੀ ਯਾਰ ਮੇਰੇ ਨਾਲ ਬੀਤੀ ਕੀ, ਯਾਰ ਜੇ ਤੂੰ ਗੋਲੀ ਨਾ ਚਲਾਉਂਦਾ ਇਹ ਮਰਦਾ ਨਹੀਂ ਸੀ। ਤੇ ਅਸੀਂ ਉਹ ਮੁੱਦਾ ਚੱਕਿਆ। ਉਹ ਅਗਰ ਤੁਸੀਂ ਗੱਲ ਕਰੋ ਪਹਿਲੇ ਹੀ 5 ਮਿੰਟਾਂ 'ਚ, ਤੇ ਪਾਕਿਸਤਾਨੀ ਇਹ ਵੀ ਤਾਨਾ ਮਾਰ ਰਿਹਾ ਹੈ, ਉਹ ਕਹਿੰਦਾ ਕਬੱਡੀਆਂ 'ਚ ਟੀਕੇ ਤੇ ਟੀਕਿਆਂ 'ਚ ਕਬੱਡੀ। ਕਹਿੰਦਾ ਲੱਗਦਾ ਹੈ ਸਰਦਾਰ ਸਾਹਿਬ ਕਿਤੇ ਜਵਾਨੀਆਂ ਤੁਹਾਡੇ ਦੇਸ਼ ਦੇ ਜਵਾਨਾਂ ਦੀਆਂ ਛਾਤੀਆਂ 32 ਤੋਂ 22 ਇੰਚ ਹੀ ਨਾ ਰਹਿ ਜਾਣ। ਉਹ ਕਹਿੰਦਾ ਫੁਕਰਪੁਣਾ, ਰਨ, ਗਨ ਤੇ ਫਨ ਤੋਂ ਬਿਨਾਂ ਤਾਂ ਤੁਹਾਡੇ ਗੀਤਾਂ 'ਚ ਕੋਈ ਗੱਲ ਹੀ ਨਹੀਂ ਹੁੰਦੀ। ਲੋਕੀ ਕਹਿੰਦੇ ਇੰਡੀਆ ਪਾਕਿਸਤਾਨ ਦੇ ਰਿਲੇਸ਼ਨ ਨੂੰ ਤੁਸੀਂ ਖਰਾਬ ਕਰ ਦਿਓ। ਮੈਂ ਕਿਹਾ ਨੋ, ਨਿੰਦਕ ਨੀੜਾ ਰਾਖੀ ਹੈ ਆਂਗਨ ਕੁਟੀ ਸਮਾਏ, ਬਿਨ ਸਾਬਨ ਪਾਣੀ ਬਿਨਾ ਨਿਰਮਲ ਕਰੇ ਸੁਭਾਏ। ਉਹ ਪਾਕਿਸਤਾਨੀ ਫੌਜੀ ਜਾਂਦਾ ਵੀ ਉਹਨੂੰ ਇੰਡੀਅਨ ਫੌਜੀ ਨੂੰ ਕਹਿ ਕੇ ਜਾਂਦਾ ਵੀ ਬਾਈ ਆ ਸੁਧਾਰ ਲਾ, ਤੁਹਾਡਾ ਯੂਥ ਕਿਸੇ ਪਰਲੇ ਪਾਸੇ ਚੱਲਿਆ। ਹਾਂ, ਅੱਛਾ, ਹੁਣ ਜਿਹੜੀ ਆਹ ਗੱਲ ਇੱਕ ਨਾ ਅਕਸਰ ਜਦੋਂ ਕਿਸੇ ਵੀ ਆਰਟਿਸਟ ਨਾਲ, ਇਸ ਫੀਲਡ ਨਾਲ ਜੁੜੇ ਵਿਅਕਤੀ ਨਾਲ ਕਰੋ, ਹਰ ਵਿਅਕਤੀ ਇਹ ਕਹਿੰਦਾ ਕਿ ਆਡੀਅנס ਦੀ ਜ਼ਿੰਮੇਵਾਰੀ ਹੈ ਜੀ, ਜਿਸ ਤਰ੍ਹਾਂ ਦਾ ਮਾਲ ਵਿਕੇਗਾ ਉਸ ਤਰ੍ਹਾਂ ਦਾ ਮਾਲ ਤਿਆਰ ਕਰਕੇ ਦੁਕਾਨਦਾਰ ਨੇ ਵੇਚਣਾ। ਇਸ ਸਥਿਤੀ ਦੇ ਵਿੱਚ ਉਹ ਗੀਤ ਨੇ ਜਾਂ ਜਿਸ ਤਰ੍ਹਾਂ ਦਾ ਨੈਰੇਟਿਵ ਗਾਣਿਆਂ ਦੇ ਵਿੱਚ ਆ ਰਿਹਾ, ਇਹਦੇ ਵਿੱਚ ਸੁਣਨ ਵਾਲਿਆਂ ਦੀ ਕਿੰਨੀ ਜ਼ਿੰਮੇਵਾਰੀ ਆ? ਭਾਜੀ ਆਡੀਅנס ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਆਡੀਅנס ਨੂੰ ਵੀ ਇਸ ਚੀਜ਼ ਨੂੰ ਦੁਤਕਾਰਨਾ ਚਾਹੀਦਾ। ਪਰ ਜੇ ਉਰੇ ਹੁਣ ਕੈਨੇਡਾ 'ਚ ਹੀ ਲਾ ਲਓ, ਜੇ ਡਰੱਗਸ ਲੀਗਲ ਕਰ ਦਿਓ, ਵੀ ਕੋਕੇਨ ਲੈ ਲਓ, ਆਹ ਲੈ ਲਓ, ਉਹ ਲੈ ਲਓ, ਜਿਹੜਾ ਵੀ ਚਿੱਟਾ ਕਾਲਾ ਪੀਲਾ ਜੋ ਵੀ ਹੁੰਦਾ ਜੀ, ਉਹਨਾਂ ਨੂੰ ਕਹੋ ਜੀ ਇਹਨੂੰ ਲਾ ਦਿਓ, ਜਿਹਨੂੰ ਚੰਗਾ ਲੱਗੂਗਾ ਉਹ ਲੈ ਲੂਗਾ ਤੇ ਜਿਹਨੂੰ ਨਹੀਂ ਚੰਗਾ ਲੱਗੂਗਾ ਉਹ ਨਹੀਂ ਲਊਗਾ। ਤੇ ਬਾਈ ਜਦੋਂ ਤੁਸੀਂ ਈਜ਼ੀ ਅਵੇਲੇਬਿਲਿਟੀ ਕਰ ਦਿਓ ਕਿਸੇ ਚੀਜ਼ ਦੀ, ਕੋਈ ਕਰ ਦਿਓ ਇੱਦਾਂ, ਕੋਈ ਸਰਕਾਰ ਕਰ ਦਿਓ। ਅਸੀਂ ਆਪ ਦੇਖਣਾ ਵੀ ਅਸੀਂ ਯੂਥ ਨੂੰ ਸੇਧ ਕੀ ਦੇਣੀ ਹੈ। ਅਸੀਂ ਬੱਚਿਆਂ ਨੂੰ ਤਾਂ ਬਚਾ ਕੇ ਰੱਖਦੇ ਹਾਂ ਵੀ ਦਿਨ ਰਾਤ ਦਿਹਾੜੀਆਂ ਕਰ ਰਹੇ ਇੱਥੇ ਵੀ ਬੰਦੇ ਸਾਰੇ, ਹੈ ਨਾ, ਆਪਣੇ ਬੱਚਿਆਂ ਨੂੰ, ਹਸਬੈਂਡ ਵਾਈਫ ਇੱਕ ਦੂਜੇ ਨੂੰ ਮਿਲ ਵੀ ਨਹੀਂ ਪਾਉਂਦੇ ਚੱਜ ਨਾਲ, ਰਾਈਟ। ਤੇ ਉਹ ਬੱਚਿਆਂ ਨੂੰ ਵਿਚਾਰਿਆਂ ਨੂੰ ਛੱਡ ਜਾਂਦੇ ਦਾਦਾ ਦਾਦੀ ਕੰਢੇ, ਜਾਂ ਫਿਰ ਕਿਤੇ ਚਾਈਲਡ ਕੇਅਰ 'ਚ ਛੱਡ ਜਾਂਦੇ ਆ ਜੀ। ਤੇ ਭਾਜੀ ਉਹ ਪੈਸੇ ਕਮਾਉਣ ਲੱਗੇ ਹੋਏ ਆ। ਅਸੀਂ ਕਹਿੰਦੇ ਬੱਚੇ ਕਮਾ ਲਓ ਯਾਰ। ਸਾਡੇ ਪੂਰੀ ਫਿਲਮ ਅਗਰ ਕੋਈ ਦੇਖੂਗਾ, ਅਸੀਂ ਬੱਚਿਆਂ ਨੂੰ ਬਚਾਉਣ ਦੀ ਸੇਧ ਦਿੱਤੀ। ਐਂਡ 'ਚ ਤੁਸੀਂ ਦੇਖਿਆ ਹੋਊਗਾ ਅਸੀਂ ਕਿਹਾ ਕਿਸਾਨ ਤੇ ਕਿਸਾਨ ਦੀ ਫਸਲ ਬਚਾਉਣੀ ਬਹੁਤ ਜ਼ਰੂਰੀ ਹੈ, ਪਰ ਕਿਸਾਨ ਤੇ ਕਿਸਾਨ ਦੀ ਫਸਲ ਦੇ ਨਾਲ ਨਾਲ ਕਿਸਾਨ ਦੀ ਅਗਲੀ ਤੇ ਅੱਜ ਦੀ ਨਸਲ ਬਚਾਉਣੀ ਉਸ ਤੋਂ ਜ਼ਿਆਦਾ ਜ਼ਰੂਰੀ ਹੈ। ਕਿਉਂ? ਉਹ ਜੇ ਨਸਲ ਰਹੂਗੀ ਤਾਂ ਹੀ ਤਾਂ ਫਸਲ ਰਹੂਗੀ ਜੀ। ਤੇ ਅਸੀਂ ਕਿਸਾਨਾਂ ਦੀ ਵੀ ਗੱਲ ਕੀਤੀ ਹੈ। ਪਰ ਅੱਛਾ, ਹੁਣ ਇੱਕ ਪੈਰਲਲ ਆਰਗੂਮੈਂਟ ਇਹ ਚੱਲਦਾ ਹਾਂਜੀ ਕਿ ਜੇ ਤੁਹਾਨੂੰ ਕੋਈ ਚੀਜ਼ ਲੱਗਦਾ ਵੀ ਇਹ ਗਲਤ ਹੋ ਰਿਹਾ, ਵੀ ਜੇ ਇੱਕ ਗੰਦਲਾ ਦਰਿਆ ਵਗ ਰਿਹਾ, ਉਹਨੂੰ ਸਾਫ਼ ਕਰਨਾ ਜ਼ਰੂਰੀ ਆ, ਜਾਂ ਫਿਰ ਉਹਦੇ ਪੈਰਲਲ ਤੁਸੀਂ ਇੱਕ ਸਾਫ਼ ਦਰਿਆ ਵਹਾ ਦਿਓ, ਉਹਦੇ ਵੱਲ ਲੋਕੀ ਆਪੇ ਆਕਰਸ਼ਿਤ ਹੋ ਜਾਣਗੇ, ਅਤੇ ਜਿਹੜੇ ਬਾਕੀ ਦਾ ਵਿਅਕਤੀ ਜਿਹੜਾ ਉਹਦੇ ਵਿੱਚ ਗੰਦ ਘੋਲ ਰਿਹਾ, ਜਿਹੜਾ ਇੱਕ ਐਲੀਗੇਸ਼ਨ ਆ, ਉਹ ਆਪਣੇ ਆਪ ਉਹਨੂੰ ਵੀ ਫੇਰ ਪੁਨਰ ਵਿਚਾਰ ਕਰਨਾ ਪਏਗਾ ਕਿ ਤੁਸੀਂ ਜਾਗ ਹੀ ਪੋਜ਼ੀਟਿਵਿਟੀ ਦਾ ਜਗਾਉਣਾ ਸ਼ੁਰੂ ਕਰਦੇ ਹੋ। ਮੈਂ ਅਗੇਨ ਆਪਣੇ ਉਸ ਸਵਾਲ 'ਤੇ ਵਾਪਸ ਆਉਣਾ ਚਾਹਾਂਗਾ ਕਿ ਕੀ ਤਿੱਖੀ ਗੱਲ ਕਰਨ ਦੇ ਵਾਸਤੇ ਤਿੱਖਾ ਲਹਿਜਾ ਜ਼ਰੂਰੀ ਆ? ਬਿਲਕੁਲ ਜ਼ਰੂਰੀ ਹੈ। ਤੁਸੀਂ ਇਹ ਦੇਖੋ ਜੀ, ਆਡੀਅנס ਦੀ ਪਲਸ ਫੜੋ। ਆਡੀਅנס ਕਿੱਦਾਂ ਦਾ ਮਿਊਜ਼ਿਕ ਸੁਣ ਰਹੀ ਆ,
ਉਹ ਤਿੱਖਾ ਤੱਤਾ ਮਿਊਜ਼ਿਕ ਸੁਣ ਰਹੀ ਆ, ਰਾਈਟ, ਇੱਕ ਤਰ੍ਹਾਂ ਦਾ ਜਿਹੜਾ ਡਿਲੀਵਰ ਕੀਤਾ ਜਾ ਰਿਹਾ, ਤੁਸੀਂ ਉਹਦੇ ਬਰਾਬਰ ਮਿਊਜ਼ਿਕ ਬੀਟ ਵੀ ਸੇਮ ਰੱਖੋ, ਕੰਪੋਜੀਸ਼ਨ ਵਧੀਆ ਰੱਖੋ, ਲਿਰਿਕਲ ਕੰਟੈਂਟ ਪੋਜ਼ਿਟਿਵ ਲੈ ਜਾਓ। ਇੱਕ ਬੰਦਾ ਕਹਿ ਰਿਹਾ ਕਿ ਜੱਟ ਬੰਦਾ ਮਾਰ ਕੇ ਸੌਂਦਾ ਜੀ, ਜੱਟ ਆਪਣੇ ਰੋਟੀ ਨਹੀਂ ਖਾਂਦਾ ਜਦ ਤੱਕ ਬੰਦਾ ਨਹੀਂ ਮਾਰ ਲੈਂਦਾ, ਤੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ। ਫਿਰ ਉਹੋ ਜਿਹੇ ਜੱਟ ਫਿਰ ਜਦੋਂ ਆਪਣੇ 47 ਚਲਾ ਕੇ ਬਾਅਦ ਚ ਟੋਏ ਗਨ ਕਿਉਂ ਕਹਿ ਦਿੰਦੇ ਆ ਆਪਣੇ ਅਦਾਲਤਾਂ 'ਚ ਜਾ ਕੇ? ਅਸੀਂ ਇਹ ਮੁੱਦਾ ਚੱਕਦੇ ਹਾਂ ਵੀ ਜੇ ਤਾਂ ਜੱਟ ਹੈ, ਜੇ ਐਡਾ ਦਲੇਰ ਜੱਟ ਹੈ, ਰਾਈਟ, ਤਾਂ ਫਿਰ ਉਹ ਜੱਟ ਮੋਕ ਨਹੀਂ ਮਾਰੂਗਾ। ਉਹ ਜੱਟ ਜੇ ਅਦਾਲਤ 'ਚ ਵੀ ਜਾਊਗਾ ਤਾਂ ਜੱਜ ਅੱਗੇ ਪੱਟ ਤੇ ਥਾਪੀ ਮਾਰ ਕੇ ਕਹੂਗਾ ਜੱਜ ਸਾਹਿਬ 47 ਚਲਾਈ ਹੈ, ਮੂਸੇ ਨੇ 47 ਚਲਾਈ ਹੈ। ਫਿਰ ਉਹ ਜੱਟ ਇਹ ਨਹੀਂ ਕਹੂਗਾ ਕਿ ਜੀ ਮੈਨੂੰ ਮਾਫ ਕਰ ਦਿਓ। ਤੇ ਜਦੋਂ ਪੱਤਰਕਾਰ ਸਵਾਲ ਪੁੱਛਦੇ ਨੇ ਉਦੋਂ ਮਿੱਠੇ ਜੇ ਬਣ ਜਾਂਦੇ ਨੇ, ਦੇਖੋ ਜੀ ਇਦਾਂ ਜੋ ਦਾ ਨਾ, ਇਦਾਂ ਨਹੀਂ, ਡਬਲ ਸਟੈਂਡਰਡ ਨਹੀਂ। ਹਾਂ, ਫਿਰ ਓਕੇ, ਮੈਂ ਅਗੇਨ ਐਂਡ ਆਈ ਐਮ ਜਸਟ ਪਲੇਇੰਗ ਡੈਵਲਸ ਐਡਵੋਕੇਟ, ਕਿਉਂਕਿ ਜਿਹੜੇ ਫੈਨ ਸੁਣ ਰਹੇ ਹੋਣਗੇ ਇਸ ਵੇਲੇ ਸਿੱਧੂ ਮੂਸੇਵਾਲੇ ਦੇ, ਉਹਨਾਂ ਨੇ ਫਿਰ ਇਹੀ ਗੱਲ ਕਹਿਣੀ ਹੈ ਵੀ ਹੁਣ ਇਸ ਗੱਲ ਦੇ ਵਿੱਚੋਂ ਵੀ ਕੀ ਇਹ ਟਾਰਗੇਟ ਨਹੀਂ ਕੀਤਾ ਜਾ ਰਿਹਾ ਇੱਕ ਪਰਟੀਕੁਲਰ ਵਿਅਕਤੀ ਨੂੰ? ਇੱਕ ਜਿਹੜਾ ਤੁਸੀਂ ਮਿਸਾਲ ਵੀ ਦੇ ਰਹੇ ਹੋ, ਤਸ਼ਬੀਹ ਵੀ ਦੇ ਰਹੇ ਹੋ। ਸੁਣੋ ਭਾਜੀ, ਸਾਡੇ ਨਾਲ ਅਮਰੂਦਾਂ ਦੇ ਬਾਗ ਹੁੰਦੇ ਸੀ ਪਿੰਡ 'ਚ, ਹੁਣ ਤਾਂ ਉਹ ਬਾਗ ਨਹੀਂ ਰਿਹਾ। ਉਹਦੇ 'ਚ ਨਾ ਅਮਰੂਦਾਂ ਦੇ ਬਾਗ ਦੇ ਵਿੱਚ ਇੱਕ ਡੰਡੇ ਤੇ ਉਹ ਉੱਚਾ ਕਰਕੇ ਕਾਂ ਮਾਰ ਕੇ ਟੰਗ ਦਿੰਦੇ ਸੀ, ਤੇ ਜਿਹੜੇ ਬਾਕੀ ਕਾਂ ਸੀ ਨਾ ਜੀ, ਉਹ ਕਾਏ ਕਰਦੇ ਰਹਿੰਦੇ ਸੀ ਪਰ ਅਮਰੂਦ ਨਹੀਂ ਸੀ ਖਾਂਦੇ। ਤੁਹਾਨੂੰ ਕੋਈ ਤਾਂ ਸਟੈਂਡਰਡ ਸੈੱਟ ਕਰਨਾ ਪਏਗਾ ਵੀ ਬਾਈ ਐ ਨਹੀਂ ਚੱਲੂਗਾ। ਲੋਕੀ ਕਹਿੰਦੇ ਤੁਸੀਂ ਉਹਦਾ ਨਾਂ, ਮੈਂ ਕਹਿੰਦਾ ਵੀ ਗੱਲ ਸੁਣੋ, 2012 'ਚ ਮੇਰਾ ਨੈਸ਼ਨਲ ਵਿਲੇਜਰ 1 ਆਇਆ ਜੀ, ਉਦੋਂ ਵੀ ਲੋਕੀ ਕਹਿੰਦੇ ਉਹਦਾ ਨਾਂ ਲੈ ਕੇ, ਯਾਰ ਜੇ ਮੈਂ ਹੁਣ ਸਪੋਜ਼ ਕਰੋ ਕੋਈ ਲੀਡਰ ਚਿੱਟਾ ਵੇਚਦਾ ਤੇ ਤੁਸੀਂ ਨਾਂ ਤਾਂ ਲਓਗੇ ਵੀ ਕਿਹੜਾ ਵੇਚਦਾ, ਕਿਹਦੇ ਤੇ ਨਾਂ ਲੱਗਦਾ। ਪਰ ਜਿਹਦਾ ਨਾਂ ਲਿਆ ਗਿਆ ਸੀ, ਇਹ ਤਾਂ ਤੁਸੀਂ ਉਸ ਪਾਰਟੀ ਨਾਲ ਖੁਦ ਵੀ ਸੰਬੰਧਿਤ ਰਹੇ ਹੋ, ਕਿ ਜਦੋਂ ਤੱਕ ਸਬੂਤ ਨਹੀਂ ਹੁੰਦਾ, ਜੇ ਇਕੱਲਾ ਸੰਕੇਤ ਕਰ ਦਿਓ, ਸਬੂਤ ਨਾ ਦਿਓ, ਤਾਂ ਉਹਦੇ ਖਾਮਿਆਜ਼ੇ ਵੀ ਕਿਸ ਤਰ੍ਹਾਂ ਦੇ ਹੁੰਦੇ ਨੇ ਜਾਂ ਐਂਬੈਰੈਸਮੈਂਟ ਕਿਸ ਤਰ੍ਹਾਂ ਦੀ ਹੋ ਜਾਂਦੀ ਆ। ਭਾਜੀ ਪਤਾ ਕੀ ਗੱਲ ਆ, ਉਹਦੀ ਮਿਸਾਲ ਵੀ ਹੈਗੀ। ਜੇ ਪਤਾ ਕੀ ਹੈ, ਤੁਸੀਂ ਪੋਲੀਟੀਕਲੀ ਇੱਥੇ ਜਿਨ੍ਹਾਂ ਕੋਲ ਪਾਵਰ ਹੈ, ਜਿਨ੍ਹਾਂ ਕੋਲ ਪੈਸਾ ਆ, ਉਹਨਾਂ ਕੋਲ ਕੋਰਟ ਵੀ ਹੈਗੇ ਆ ਉੱਥੇ ਸਾਡੇ ਦੇਸ਼ 'ਚ, ਉਹਨਾਂ ਕੋਲ ਵੱਡੇ ਵਕੀਲ ਕਰਨ ਦਾ ਦਮਖਮ ਵੀ ਹੈ। ਤੇ ਸਾਡੇ ਜਿਹੜਾ ਲਾਅ ਆ ਉੱਥੋਂ ਦਾ, ਉਹ ਅੰਗਰੇਜ਼ਾਂ ਦੇ ਟਾਈਮ ਦਾ ਪੁਰਾਣਾ ਲਾਅ ਆ, ਉਹਦੇ 'ਚ ਸੁਧਾਰ ਹੀ ਨਹੀਂ ਕੀਤਾ ਗਿਆ। ਇੰਨੇ ਲੂਪ ਹੋਲਸ ਆ ਕਿ ਜਿਹੜਾ ਵੱਡਾ ਵਕੀਲ ਆ ਉਹ ਕੋਈ ਨਾ ਕੋਈ ਤਰਕ ਦੇ ਕੇ, ਔਰ ਸੌਰੀ ਟੂ ਸੇ ਕਈ ਵਾਰੀ ਜੱਜਾਂ ਨੂੰ ਵੀ ਬਰਾਈਬ ਕਰਕੇ ਜਾਂ ਅਪਰੋਚ ਨਾਲ ਉਹ ਫੈਸਲੇ ਬਦਲ ਦਿੱਤੇ ਜਾਂਦੇ ਆ ਜਾਂ ਪੋਲੇ ਫੈਸਲੇ ਕਰ ਦਿੱਤੇ ਜਾਂਦੇ ਆ। 1984 ਸਾਡਾ ਕਤਲੇਆਮ ਹੋਇਆ ਜੀ, ਇਨਸਾਨੀਅਤ ਦਾ। ਲੋਕੀ ਕਹਿੰਦੇ ਸਿੱਖਾਂ ਦਾ, ਮੈਂ ਕਿਹਾ ਪਹਿਲੀ ਗੱਲ ਆ, ਉਹ ਸਿੱਖ ਕਿਹੜੇ ਦੇਸ਼ 'ਚ ਰਹਿੰਦੇ ਆ? ਇੰਡੀਆ 'ਚ ਜੀ। ਜੇ ਇੰਡੀਆ 'ਚ ਰਹਿੰਦੇ ਆ ਤੇ ਇੰਡੀਆ ਦੇ ਸਿਟੀਜ਼ਨਸ ਦਾ ਕਤਲ ਇੰਡੀਆ ਦੀ ਸਰਕਾਰ ਦੀ ਨੱਕ ਹੇਠ, ਇੰਡੀਆ ਦੀ ਰਾਜਧਾਨੀ ਦੇ ਵਿੱਚ ਕਤਲ ਕਰ ਦਿੱਤਾ ਗਿਆ। ਤੇ ਬਾਈ ਲੋਕੀ ਕਹਿੰਦੇ ਸਿੱਖ, ਮੈਂ ਇਕੱਲਾ ਸਿੱਖ ਕਿਉਂ ਕਹਿੰਦੇ ਹੋ ਤੁਸੀਂ? ਫਿਰ ਵੰਡ ਲਿਆ ਆਪਣੇ ਆਪ ਨੂੰ। ਜੇ ਸਿੱਖ ਕਹਿਤਾ ਤਾਂ ਹਿੰਦੂ, ਮੁਸਲਮਾਨ, ਜੇ ਕ੍ਰਿਸਚਨ, ਜੈਨੀ, ਬੋਧੀ, ਪਾਰਸੀ, ਉਹ ਕਹਿਣਗੇ ਅੱਛਾ ਸਿੱਖਾਂ ਦਾ ਹੋਇਆ। ਜੇ ਤੁਸੀਂ ਕਹੋਗੇ ਇੰਡੀਅਨਸ ਦਾ ਕਤਲ ਹੋਇਆ, ਜੇ ਕ੍ਰਿਕਟ ਮੈਚ ਇੰਡੀਆ ਹਾਰਦਾ ਹੈ ਤੇ ਚਾਹੇ ਉਹਦੇ ਜਿਹੜੇ ਵੀ ਧਰਮ ਦਾ, ਜਾਤ ਦਾ ਬੰਦਾ ਖੇਡਦਾ ਹੋਵੇ, ਕਿਹੜੀ ਸਟੇਟ ਦਾ ਬੰਦਾ ਖੇਡਦਾ, ਆਪਾਂ ਕਹਿੰਦੇ ਇੰਡੀਆ ਹਾਰ ਗਿਆ। ਤੇ ਜਦੋਂ ਸਿੱਖਾਂ ਦਾ ਕਤਲ ਹੁੰਦਾ ਹੈ, ਇੰਡੀਅਨ ਸਿਟੀਜ਼ਨਸ ਦਾ ਕਤਲ ਇੰਡੀਆ ਦੀ ਰਾਜਧਾਨੀ 'ਚ ਹੁੰਦਾ, ਤਾਂ ਇੰਡੀਆ ਹਾਰਦਾ। ਪਰ ਇਨਸਾਫ ਕਦੋਂ ਮਿਲਿਆ ਭਾਜੀ? ਇੰਨੇ ਸਾਲ ਹੋ ਗਏ ਇਨਸਾਫ ਨਹੀਂ ਮਿਲਿਆ। ਲੋਕੀ ਕਹਿੰਦੇ ਉਹਦਾ ਨਾਂ ਲੈ ਕੇ ਫੇਮ ਭਾਲਦਾ ਜੱਸੀ। ਮੈਂ ਕਹਿੰਦਾ ਬਾਜੀ 2012 'ਚ ਗਾਣਾ ਕੀਤਾ ਤੇਜ਼ਾਬ 1984, ਕੋਈ ਨਹੀਂ ਪੰਗਾ ਲੈਂਦਾ, ਕੋਈ ਨਹੀਂ ਗੱਲ ਕਹਿੰਦਾ। 17 ਮਿੰਟ ਦਾ ਵੀਡੀਓ ਬਣਾਇਆ, ਪੱਲਿਓਂ ਪੈਸੇ ਲਾਏ ਭਾਜੀ, ਕੌਮ ਨੇ ਕੀ ਸਰੋਪੇ ਦੇ ਤੇ ਸ਼ਾਬਾਸ਼ ਦੇਤੀ। ਅਸੀਂ ਕੀ ਕਿਹਾ ਸੀ? ਹੋ ਤੱਤਾ ਪਿਆ ਤੇਜ਼ਾਬ, ਓਏ ਲੋਕੋ ਤੱਤਾ ਰਹੂ ਤੇਜ਼ਾਬ, ਉਬਲਦਾ ਰਹਿਣਾ ਬੇਹਿਸਾਬ 84 ਚੇਤੇ ਕਰਕੇ। ਹਾਂ ਦਿੱਲੀ ਰੋਂਦੀ ਰੋਵੇ ਪੰਜਾਬ 84 ਚੇਤੇ ਕਰਕੇ, ਅੱਜ ਵੀ ਰੋਂਦਾ ਮੇਰਾ ਪੰਜਾਬ 84 ਚੇਤੇ ਕਰਕੇ। ਉਦੋਂ ਨਹੀਂ ਕਿਸੇ ਨੇ ਕਿਹਾ ਕਿ ਜੱਸੀ ਤੂੰ 84 ਦਾ ਨਾਂ ਲੈ ਕੇ ਫੇਮ ਭਾਲਦਾ ਭਾਜੀ। ਜਦੋਂ ਹਰਸਿਮਰਤ ਬਾਦਲ ਵਿਰੁੱਧ 2014 'ਚ ਬਾਦਲਾਂ ਦੀ ਸਰਕਾਰ ਵੇਲੇ ਉਹਦੇ ਵਿਰੁੱਧ ਇਲੈਕਸ਼ਨ ਲੜੀ, ਉਦੋਂ ਨਹੀਂ ਕਿਸੇ ਨੇ ਕਿਹਾ ਫੇਮ ਭਾਲਦਾ। ਕਿਉਂ? ਕਿਉਂਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ ਭਾਜੀ, ਕਿਉਂਕਿ ਜਾਨ ਦਾ ਤੇ ਲੱਗਦੀ ਹੈ। ਹੋਰ ਦੱਸੋ ਕਿਹੜਾ ਬੰਦਾ, ਇੰਨੇ ਆਰਟਿਸਟ ਨੇ ਜੀ, ਕਿਹੜਾ ਬੰਦਾ ਜਿਹੜਾ ਜਾ ਕੇ ਆਪਣੇ ਫਿਲਮਾਂ ਛੱਡ ਕੇ 2013 'ਚ ਵਿਕਰ ਬਾਈ ਸੈਂਟੀਮੈਂਟਲ ਆਉਂਦੀ ਹੈ, ਸੁਪਰ ਹਿੱਟ ਹੁੰਦੀ ਹੈ, 2014 'ਚ ਜਾ ਕੇ ਬਾਦਲਾਂ ਵਿਰੁੱਧ ਖੜ ਜਾਂਦਾ, ਜਿੱਥੇ ਪਤਾ ਕਿ 20 ਦਿਨ ਪਹਿਲਾਂ ਟਿਕਟ ਮਿਲਣੀ ਹੈ, ਜਿੱਤ ਨਹੀਂ ਮਿਲਣੀ। ਤੇ ਭਾਜੀ ਫਿਰ ਵੀ ਡਰੇ ਨਹੀਂ। ਪਰ ਫਿਰ ਇਹਦਾ ਇਹ ਕੀ ਰੀਜ਼ਨ ਹੋਇਆ? ਚਲੋ ਇਹ ਵੀ ਗੱਲ ਕਰਦੇ ਹਾਂ ਵੀ ਜਿਹੜੀ ਪਾਰਟੀ ਦੀ ਤੁਸੀਂ, ਜਿਸ ਦੇ ਥਰੂ ਤੁਸੀਂ 2014 'ਚੋਂ ਇਲੈਕਸ਼ਨ ਲੜਿਆ, ਇਹ ਫਿਰ ਕੀ ਵਜ੍ਹਾ ਹੋਈ ਕਿ ਉਸੇ ਪਾਰਟੀ ਦੇ ਨਾਲ ਤੁਹਾਡਾ ਮਨਮੁਟਾਵ ਇਸ ਕਦਰ ਹੋ ਗਿਆ ਕਿ ਫਿਰ ਆਪਸ ਤੋੜ ਤਲਿਕ ਹੋ ਗਈ? ਦੇਖੋ ਅਸੀਂ ਅਰਵਿੰਦ ਕੇਜਰੀਵਾਲ ਕਰਕੇ ਜੱਸੀ ਜਸਰਾਜ ਨਹੀਂ ਸੀ ਬਣਿਆ। ਜੱਸੀ ਜਸਰਾਜ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਬਣਾਉਣ 'ਚ ਆਪਣਾ ਵਕਤ, ਆਪਣਾ ਪੈਸਾ, ਆਪਣੀ ਆਵਾਜ਼, ਆਪਣੇ ਗੀਤ ਸਭ ਕੁਝ ਦਿੱਤਾ। ਜਦੋਂ ਤੱਕ
ਸਾਨੂੰ ਲੱਗਦਾ ਸੀ ਵੀ ਬਿਲਕੁਲ ਜਦੋਂ ਤੱਕ ਦੂਰੋਂ ਦੇਖਿਆ ਸੀ ਤੇ ਐਂ ਲੱਗਦਾ ਸੀ ਯਾਰ ਇਹ ਬੰਦਾ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਊਗਾ ਔਰ ਕੁਝ ਹੱਦ ਤੱਕ ਬਾਕੀਆਂ ਨਾਲੋਂ ਕੰਮ ਵਧੀਆ ਕਰ ਵੀ ਰਿਹਾ। ਪਰ ਜਦੋਂ ਸਾਡੇ ਪੰਜਾਬ ਦਾ ਸਵਾਲ ਆਉਂਦਾ, ਬਿਕੋਜ਼ ਮੈਂ ਤੇ ਪੰਜਾਬ ਦੀ ਤਰਜੀਹ ਦਊਂਗਾ, ਮੈਨੂੰ ਦੇਸ਼ ਦੇ ਵਿੱਚ ਕੀ ਹੁੰਦਾ ਉਹ ਬਾਅਦ ਦੀ ਗੱਲ ਹੈ। ਪਹਿਲਾਂ ਮੇਰਾ ਜਿਹੜਾ ਪੰਜਾਬ ਜਿਹਦੇ 'ਚ ਕ੍ਰਾਂਤੀ ਪ੍ਰਬਲ ਰੂਪ ਦੇ ਵਿੱਚ ਲੋਕ ਚਾਹੁੰਦੇ ਸੀ ਵੀ ਤਖਤੇ ਪਲਟੇ ਜਾਣ। ਜੱਸੀ ਜਸਰਾਜ ਵਾਸ ਦ ਵਨ ਗਾਏ ਹੂ ਵਾਸ ਰਾਈਟਿੰਗ ਈਮੇਲਸ ਟੂ ਅਰਵਿੰਦ ਕੇਜਰੀਵਾਲ, ਜਦ ਕਿ ਉਹ ਮੈਨੂੰ ਕਹਿੰਦਾ ਸੀਗਾ 2014 'ਚ ਹੀ ਵੈਨ ਆਈ ਫੌਟ ਅਗੇਂਸਟ ਹਰਸਿਮਰਤ ਬਾਦਲ ਕਿ ਤੈਨੂੰ ਦੱਸ ਕਿੱਥੋਂ ਲੜਨਾ ਅਗਲੀ ਵਾਰੀ। ਮੈਂ ਕਿਹਾ ਯਾਰ ਮੈਨੂੰ ਮੇਰੇ ਇਲਾਕੇ 'ਚ ਲੜਾਓ, ਅਨੰਦਪੁਰ ਸਾਹਿਬ ਮੇਰੀ ਲੋਕ ਸਭਾ ਆ ਤੇ ਖਰੜ ਮੇਰੀ ਵਿਧਾਨ ਸਭਾ ਆ। ਉਹ ਕਹਿੰਦੇ ਖਰੜ ਜਾ ਕੇ ਤਿਆਰੀ ਕਰ ਤੇ ਤੈਨੂੰ ਅਸੀਂ ਉੱਥੋਂ ਲੜਾਉਣਾ। 2014 ਹੀ ਪ੍ਰੋਮਿਸਡ। 2015 ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਦੁਬਾਰਾ ਸਰਕਾਰ ਬਣਾਈ ਦਿੱਲੀ 'ਚ। NDTV ਤੇ ਜੱਸੀ ਜਸਰਾਜ, ਭਗਵੰਤ ਮਾਨ, ਕੁਮਾਰ ਵਿਸ਼ਵਾਸ, ਵਿਸ਼ਾਲ ਦਦਲਾਨੀ ਸਭ ਦਾ ਨਾਮ ਲਿਆ ਗਿਆ ਕਿ 4 ਬੰਦਿਆਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਕਿ 365 ਦਿਨਾਂ 'ਚ ਤੀਜੀ ਵਾਰ ਦਿੱਲੀ 'ਚ ਇਲੈਕਸ਼ਨ ਹੋ ਰਹੀ ਸੀ। ਕਹਿੰਦੇ ਇਹ 4 ਬੰਦਿਆਂ ਨੇ ਬਾਈ ਆਪਣੀਆਂ ਸਪੀਚਾਂ ਨਾਲ ਗੜਕਾਇਆ ਤੇ ਅਰਵਿੰਦ ਕੇਜਰੀਵਾਲ 'ਚ ਮੇਰੇ ਹੋਰ ਵੀ ਕਲੋਜ਼ ਹੋ ਗਏ ਕਿ ਦਿਸ ਗਾਏ ਯਾਰ ਵੀ ਇਹਦੀ ਰੈਪੂਟੇਸ਼ਨ ਤੇ ਰਿਸਪੌਂਸ ਸਾਰੇ ਪਾਸੋਂ। ਜਿਨ੍ਹਾਂ ਨੇ ਕਿਰਨ ਬੇਦੀ ਹਰਾਈ ਸੀ, SK ਬੱਗਾ ਵਕੀਲ, ਉਹਨਾਂ ਨੇ ਜਦੋਂ ਉਹਨਾਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ, BJP ਦੀ ਚੀਫ ਮਿਨਿਸਟਰ ਦੀ ਕੈਂਡੀਡੇਟ ਹਰਾਤੀ ਸੀ ਇੱਕ ਮਾਮੂਲੀ ਜੇ ਨਾ ਭੋਲੇ ਜੇ ਵਕੀਲ ਨੇ, ਤੇ ਉਹ ਕਹਿੰਦਾ ਯਾਰ ਮੈਨੂੰ ਉਹ ਲੰਬਾ ਜਿਹਾ ਮੁੰਡਾ ਭੇਜ ਦਿਓ ਜੱਸੀ। ਤੇ ਉਹ ਕਹਿੰਦਾ ਯਾਰ ਉਸ ਕਰਕੇ ਜਿੱਥੇ ਵੀ ਕ੍ਰਿਸ਼ਨਾ ਨਗਰ ਜਿਹੜੀ ਕਿ ਹੈਲਥ ਮਿਨਿਸਟਰ ਦੀ ਕਨਸਟੀਟੂਐਂਸੀ ਸੀ ਉੱਥੇ ਸਭ ਤੋਂ ਜ਼ਿਆਦਾ ਵੋਟਾਂ ਉਹਨਾਂ ਨੂੰ ਪਈਆਂ ਜੀ। ਉਹ ਸਭ ਹੋਇਆ, ਪਰ ਫਿਰ ਉਹ ਵਜ੍ਹਾ ਕੀ ਹੋਈ ਕਿ ਇਸ ਕਦਰ ਕੁੜੱਤਣ ਵੱਧ ਗਈ? ਬਾਈ ਜੀ ਜਦੋਂ ਰਾਹ ਪਿਆ ਜਾਣੇ ਆ ਵਾਹ ਪਿਆ ਜਾਣੇ, ਜਦੋਂ ਮੈਂ ਕੇਜਰੀਵਾਲ ਸਾਹਿਬ ਨੂੰ 2015 'ਚ ਫਰਵਰੀ 'ਚ ਸਰਕਾਰ ਬਣੀ ਆ ਦੁਬਾਰਾ ਆਮ ਆਦਮੀ ਪਾਰਟੀ ਦੀ ਦਿੱਲੀ 'ਚ, 2015 ਮਾਰਚ ਦੇ ਵਿੱਚ ਮੈਂ ਈਮੇਲ ਲਿਖਤੀ ਸੀ ਦੀਸ ਥਿੰਗਸ ਯੂ ਔਟ ਟੂ ਸੈਟ ਰਾਈਟ ਇਨ ਪੰਜਾਬ। ਫਿਰ April ਮਾਰਚ ਤੋਂ ਲੈ ਕੇ ਮੈਂ 2016 ਤੱਕ ਉਹਨਾਂ ਨੂੰ ਈਮੇਲਸ ਕਰਦਾ ਰਿਹਾ। ਵਾਟ ਐਵਰ ਵਾਜ਼ ਰਾਈਟ ਆਈ ਵਾਜ਼ ਰਾਈਟਿੰਗ ਟੂ ਹਿਮ। ਵੈਨ ਐਵਰ ਆਈ ਮੈਟ ਹਿਮ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਅਰਵਿੰਦ ਜੀ ਇਹ ਗਲਤ ਹੋ ਰਿਹਾ, ਤੁਸੀਂ ਕਾਂਗਰਸੀ ਅਕਾਲੀ ਇਹ ਪਾਰਟੀ 'ਚ ਨਾ ਲਓ। ਤੁਸੀਂ ਕਿਹਾ ਸੀਗਾ ਯਾਰ ਹਮੇ ਕਰਪਸ਼ਨ ਹਮਾਰਾ ਮੁੱਦਾ ਹੈ। ਮੈਂ ਕਿਹਾ ਜਾਤ ਪਾਤ ਕੀ ਰਾਜਨੀਤੀ ਹमें करने की ज़रूरत क्यों पड़ रही है। ਵੀ ਜਦੋਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਹੀ ਸਟਾਰਟਡ ਇਗਨੋਰਿੰਗ ਮੀ, ਤਾਂ ਮੈਂ ਫਿਰ ਛੋਟੇਪੁਰ ਤੇ ਭਗਵੰਤ ਮਾਨ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਸਰੋਪੇ ਪਾ ਦੂਜੀਆਂ ਪਾਰਟੀਆਂ ਦੇ ਬੰਦੇ ਇਸ ਪਾਰਟੀ 'ਚ ਨਾ ਲਿਆਓ। ਬੜੇ ਬੇਰੁਜ਼ਗਾਰ, ਪੜ੍ਹੇ ਲਿਖੇ, ਸਿਆਣੇ, ਇਮਾਨਦਾਰ ਲੋਕ ਪੰਜਾਬ 'ਚ 117 ਬੰਦੇ ਬੈਠੇ ਜਿਨ੍ਹਾਂ ਨੂੰ ਟਿਕਟਾਂ ਦੇ ਦਿਓ, ਆਪਾਂ ਜਿੱਤ ਜਾਾਂਗੇ। ਭਾਜੀ ਉਹ ਕੋਈ ਟਲਦਾ ਨਹੀਂ ਸੀ। ਫਿਰ ਪਰ ਕੀ ਤੁਹਾਨੂੰ ਲੱਗਦਾ ਕਿ ਇੰਨੀ ਜ਼ਿਆਦਾ ਜਿਹੜੀ ਮੁਖਾਲਫਤ ਜਦੋਂ ਅੰਦਰ ਖਾਤੇ ਸ਼ੁਰੂ ਹੋ ਗਈ, ਚਲੋ ਜੇ ਕੁਇਕਲੀ ਉਹ ਗੱਲ ਕਰੀਏ, ਉਹਨੇ ਜਿਹੜਾ ਸਾਰਾ ਦਾ ਸਾਰਾ ਮੋਮੈਂਟਮ ਸੀ ਉਹਨੂੰ ਭੰਨ ਦਿੱਤਾ ਸੀ? ਨਹੀਂ, ਉਹ ਮੁਖਾਲਫਤ ਨਹੀਂ। ਤੁਹਾਨੂੰ ਪਤਾ ਕੀ ਹੈ ਨਾ, ਸਟਿਚ ਇਨ ਟਾਈਮ ਸੇਵਸ 9। ਅਗਰ ਵਕਤ ਤੇ ਤੁਸੀਂ ਸਾਵਧਾਨ ਕਰ ਦੋਗੇ ਤਾਂ ਤੁਸੀਂ ਮੰਨੇ ਜਾਓਗੇ। ਬਾਅਦ 'ਚ ਤਾਂ ਹਰ ਕੋਈ ਕਹਿੰਦਾ, ਬਾਅਦ ਸੁਖਪਾਲ ਖਹਿਰਾ ਸਾਹਿਬ ਤੋਂ ਲੈ ਕੇ ਸਭ ਨੇ ਕਿਹਾ ਜੀ ਪਾਰਟੀ 'ਚ ਆਹ ਗਲਤ ਹੋ ਰਿਹਾ ਸੀ, ਫੂਲਕਾ ਸਾਹਿਬ ਆਹ ਗਲਤ ਹੋ ਰਿਹਾ ਸੀ। ਉਦੋਂ ਕਿਉਂ ਨਹੀਂ ਬੋਲੇ ਜਦੋਂ ਗਲਤ ਹੋ ਰਿਹਾ ਸੀ? ਉਦੋਂ ਠੀਕ ਕੀਤਾ ਜਾ। ਡੋਂਟ ਕਰਾਈ ਓਵਰ ਸਪਿਲਟ ਮਿਲਕ। ਪਰ ਜੱਸੀ ਕਹਿ ਰਿਹਾ ਸੀ, ਅਰਵਿੰਦ ਕੇਜਰੀਵਾਲ ਜੀ, ਭਗਵੰਤ ਕੋਈ ਨਹੀਂ ਸੀ ਸੁਣਦਾ। ਫਿਰ ਜਦੋਂ ਨਹੀਂ ਸੀ ਸੁਣਦਾ ਤੇ ਭਾਜੀ ਮੁਖਾਲਫਤ ਨਹੀਂ ਕੀਤੀ, ਸਾਵਧਾਨ ਕੀਤਾ ਲੋਕਾਂ ਨੂੰ ਕਿ ਭਾਈ ਆਪਣੇ ਆਪ ਨੂੰ ਸੁਹਿਰਦ ਸੱਜਣੋ, NRIਓ, ਇੱਥੇ ਆ ਗਲਤ ਹੋ ਰਿਹਾ, ਡੁੱਬ ਜਾਣਾ ਬੇੜਾ। ਤੇ 2017 'ਚ ਜਦੋਂ ਵੋਟਾਂ ਘੱਟ ਆਈਆਂ ਤੇ ਇੱਥੇ ਮੈਰਿਜ ਪੈਲੇਸ ਬੁੱਕ ਸੀ ਪੂਰੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਕਿ ਜਸ਼ਨ ਮਨਾਏ ਜਾਣੇ ਵੀ ਸਰਕਾਰ ਬਣ ਰਹੀ ਆਮ ਆਦਮੀ ਪਾਰਟੀ ਦੀ, ਤੇ ਲੋਕੀ ਕਿੰਨੇ ਨਿਰਾਸ਼ ਹੋਏ। ਪਰ ਫਿਰ ਇੱਕ ਇਹ ਗੱਲ ਕੀ ਹੋਈ ਕਿ ਜੇ ਤੁਹਾਡਾ ਮੈਸੇਜ ਇੰਨਾ ਸਟਰੋਂਗ ਰਿਹਾ ਕਿ ਇਹ ਲੋਕਾਂ ਤੱਕ ਪਹੁੰਚਾ ਨਹੀਂ ਸਕੇ, ਜਾਂ ਲੋਕਾਂ ਨੇ ਉਸ ਗੱਲ ਨੂੰ ਇੰਨੀ ਤਵੱਕੋ ਨਹੀਂ, ਤਵੱਜੋ ਨਹੀਂ ਦਿੱਤੀ ਕਿ ਜਦੋਂ 2019 ਹੁਣ ਚੋਣਾਂ ਹੋਈਆਂ ਉਦੋਂ ਸਥਿਤੀ ਇਹੋ ਜਿਹੀ ਆਈ ਕਿ ਜਦੋਂ ਸੰਗਰੂਰ ਤੋਂ ਤੁਸੀਂ ਇਲੈਕਸ਼ਨ ਲੜਿਆ ਤੇ ਬਹੁਤ ਹੀ ਮਤਲਬ ਵੱਡੀ ਨਮੋਸ਼ੀ ਵਾਲੀ ਹਾਰ ਸੀ ਕਿ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ। ਉਹ ਰੀਜ਼ਨ ਕੀ ਰਿਹਾ ਕਿ ਲੋਕਾਂ ਤੱਕ ਮੈਸੇਜ ਪਹੁੰਚ ਨਹੀਂ ਸਕਿਆ, ਜਾਂ ਲੋਕਾਂ ਨੇ ਉਸ ਮੈਸੇਜ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਨਹੀਂ ਕੀਤਾ? ਭਾਜੀ ਸਾਡੇ ਜ਼ਿਹਨ ਦੇ ਵਿੱਚ ਨਾ ਕਈ ਸੌ ਸਾਲਾਂ ਦੀ ਗੁਲਾਮੀ ਹੈ, ਕਈ ਸੌ ਸਾਲਾਂ ਦੀ ਗੁਲਾਮੀ ਆਪਣੇ ਦਿਮਾਗ 'ਚ ਚੱਕੀ ਫਿਰਦੇ ਆ, ਜਿਹਦੀ ਲਾਠੀ ਤੇ ਉਹਦੀ ਮੱਝ। ਲੋਕ ਸੱਚ ਨਾਲ ਖੜ੍ਹਦੇ ਕਦੋਂ ਆ? ਸਿਰਫ ਜਦੋਂ ਸੱਚਾ ਬੰਦਾ ਪੂਰਾ ਹੋ ਜਾਂਦਾ ਫਿਰ ਇਹ ਆਪਣੇ ਸ਼ਗੂਫੇ ਲੈ ਕੇ ਪਹੁੰਚਦੇ ਆ। ਬਹੁਤ ਅੱਛਾ ਆਦਮੀ ਸੀ, ਬਹੁਤ ਅੱਛੀਆਂ ਗੱਲਾਂ ਕਰਦਾ ਸੀ ਬਈ, ਬਾਹਲਾ ਨੇਕ ਆਦਮੀ ਸੀ। ਇਹ ਜਦੋਂ ਤੱਕ ਜਿਉਂਦਾ ਬੰਦਾ ਕਦਰ ਕੌਣ ਕਰਦਾ ਹੈ? ਤੁਸੀਂ ਕਹਿੰਦੇ ਹੋ ਕਿ ਨਮੋਸ਼ੀਜਨਕ ਹਾਰ ਹੋਈ, ਮੈਂ ਕਹਿੰਦਾ ਮੈਂ ਜਿੱਤ ਕੇ ਆਇਆ। ਐਟਲੀਸਟ ਫॉर 1 ਸੈਕਿੰਡ ਮੈਨੂੰ ਇੰਨਾ ਪਤਾ ਭਗਵੰਤ ਮਾਨ ਦੇ ਬੁੱਲਾਂ ਤੇ ਸਿੱਕੜੀ ਜ਼ਰੂਰ ਆਈ ਹੋਊਗੀ ਵੀ ਜੱਸੀ ਆ ਗਿਆ। ਦਰਬਾਰ ਸਾਹਿਬ ਤੋਂ ਕਿਹਾ ਸੀ ਭਗਵੰਤ ਖਹਿਰਾ, ਸਿਮਰਜੀਤ ਬੈਂਸ, ਗਾਂਧੀ, BSP ਜਿਹੜਾ ਗੱਠਜੋੜ ਹੈ ਇਹਦੇ ਸ਼ਾਮਲ ਹੋ ਜਾ, ਮੈਨੂੰ ਤੇਰੇ ਵਿਰੁੱਧ ਲੜਨ ਦਾ ਕੋਈ ਸ਼ੌਕ ਨਹੀਂ। ਦਰਬਾਰ ਸਾਹਿਬ ਤੋਂ ਕਿਹਾ। ਉਹ ਹੰਕਾਰੀ ਆਦਮੀ, ਉਹ ਕਹਿੰਦਾ ਯਾਰ ਨਹੀਂ, ਕਹਿੰਦਾ ਲੜੋ। ਤੇ ਭਾਜੀ ਮੈਨੂੰ ਇੰਨਾ ਕੁ ਪਤਾ, ਚਾਹੇ 5 ਵੋਟਾਂ ਘਟੀਆਂ ਹੋਣ ਪਰ ਘਟੀਆਂ ਤਾਂ ਹੈ। ਪਰ ਗੱਲ ਉਹੀ ਹੈ ਨਾ ਕਿ ਅਲਟੀਮੇਟਲੀ ਤੇ ਜੇ ਜਿੱਤਿਆ ਭਾਵੇਂ ਕੋਈ 1 ਵੋਟ ਤੋਂ ਵੀ ਹੋਵੇ, ਜਿੱਤ ਤਾਂ ਭਾਵੇਂ 1 ਦੀ ਹੋਵੇ ਜਾਂ ਲੱਖ ਦੀ ਹੋਵੇ। ਸੱਚ ਕਦੇ ਨਹੀਂ ਹਾਰਦਾ, ਸੱਚ ਨੂੰ ਟਾਈਮ ਜ਼ਰੂਰ ਲੱਗਦਾ। ਝੂਠ ਦਾ ਬੋਲਬਾਲਾ ਸਦਾ ਰਿਹਾ ਹੈ ਤੇ ਰਹੂਗਾ। ਸੱਚ ਥੋੜਾ ਜਿਹਾ ਟਾਈਮ ਲਊਗਾ। ਤੁਹਾਨੂੰ ਲੱਗਦਾ ਨਹੀਂ ਬੜੀ ਨੈਗੇਟਿਵ ਗੱਲ ਹੈ ਇਹ? ਮੇਰਾ ਸੱਚ ਸੱਚੀ ਦੱਸਾਂ ਤੇ ਮੇਰਾ ਟੱਬਰ ਹੀ ਡਬੋ ਗਿਆ। ਮੇਰਾ ਸੱਚ ਸੱਚੀ ਦੱਸਾਂ ਤੇ ਮੇਰਾ ਟੱਬਰ ਹੀ ਡਬੋ ਗਿਆ। ਮੈਂ ਜਿੰਨਾ ਸੱਚ ਬੋਲਿਆ ਮੈਂ ਓਨਾ ਕੱਲਾ ਹੋ ਗਿਆ, ਮੈਂ ਓਨਾ ਕੱਲਾ ਹੋ ਗਿਆ।
ਮੈਂ ਬਹੁਤ ਜਿੰਦਾਬਾਦ ਆਦਮੀ ਹਾਂ ਜੀ। ਇਹ ਜਨਤਾ ਮੈਨੂੰ ਕੱਲਾ ਵੀ ਛੱਡ ਦੂਗੀ, ਮੈਨੂੰ ਕੋਈ ਫਿਕਰ ਨਹੀਂ, ਮੇਰੇ ਨਾਲ ਪ੍ਰਮਾਤਮਾ ਚੱਲਦਾ ਹੈ। ਜੱਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਮਾਂ ਕੱਢ ਕੇ ਸਟੂਡੀਓ 'ਚ ਆਏ ਹੋ। ਸਮਾਂ ਹੁਣ ਹੋਰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਬਟ ਥੈਂਕ ਯੂ ਵੈਰੀ ਮਚ। ਆਈ ਵੁੱਡ ਲਾਈਕ ਟੂ ਮੈਂਸ਼ਨ ਵਨ ਥਿੰਗ ਕਿ ਸਾਥੀਓ, ਜੇ ਤੁਹਾਨੂੰ ਨੈਸ਼ਨਲ ਵਿਲੇਜਰ 2 ਮੂਸਾ ਦਾ ਫਿਲਮ ਪਸੰਦ ਆਈ ਹੈ ਤਾਂ ਵੀ ਆਪਣੀ ਪ੍ਰਤੀਕਿਰਿਆ ਦਿਓ ਤੇ ਸ਼ੇਅਰ ਜ਼ਰੂਰ ਕਰੋ। ਤੇ ਦੂਜੀ ਗੱਲ ਹੈ ਕਿ ਬਾਈ ਜੇ ਪਸੰਦ ਆਈ ਤੇ ਸਾਡੇ ਯਾਰ ਮਿਹਨਤ ਬੜੀ ਲੱਗੀ ਹੈ, 30-32 ਮਿੰਟ ਦੀ ਫਿਲਮ ਹੈ। ਜੇ ਮੇਰਾ ਪਿਛਲਾ ਟਰੈਕ ਰਿਕਾਰਡ ਦੇਖ ਕੇ ਇਸ ਫਿਲਮ ਨੂੰ ਵੱਡੇ ਨਜ਼ਰੀਏ ਨਾਲ ਦੇਖੋਗੇ, ਸਿਰਫ ਇੱਕ ਸ਼ਖਸ ਨਾਲ ਜੋੜ ਕੇ ਨਹੀਂ ਦੇਖੋਗੇ, ਤਾਂ ਤੁਹਾਨੂੰ ਪਸੰਦ ਆਊਗੀ। ਤੇ ਬਾਈ ਜੀ ਸਾਡਾ ਪੇਪਾਲ ਪੇਟੀਐਮ ਨੰਬਰ, ਅਕਾਊਂਟ ਨੰਬਰ ਉੱਥੇ ਦਿੱਤਾ ਹੋਇਆ, ਤੇ ਇਫ ਯੂ ਲਾਈਕ ਇਟ ਪੇ ਇਟ, ਬਿਕੋਜ਼ ਤੁਸੀਂ ਗਰੋਸਰੀ ਫਰੀ ਨਹੀਂ ਲਿਆਉਂਦੇ, ਤੁਸੀਂ ਦੁੱਧ ਫਰੀ ਨਹੀਂ ਲਿਆਉਂਦੇ, ਤੁਸੀਂ ਪੈਟਰੋਲ ਫਰੀ ਨਹੀਂ ਲਿਆਉਂਦੇ, ਤੇ ਜਿੱਥੇ ਤੁਸੀਂ ਮਿਹਨਤ ਕਰਨ ਜਾਂਦੇ ਹੋ ਪੈਸੇ ਤੁਸੀਂ ਵੀ ਲੈ ਕੇ ਆਉਂਦੇ ਹੋ ਪਰ ਆਵਰ ਜੋ ਵੀ ਜਿਹਦੀ ਜਿੰਨੀ ਕੁ ਉਹ ਹੁੰਦੀ ਹੈ। ਤੇ ਸਾਨੂੰ ਵੀ ਭਾਈ ਸਾਡੀ ਮਿਹਨਤ ਬਹੁਤ ਲੱਗੀ ਹੈ। ਡੂ ਪੇ ਫॉर ਵਾਟ ਵੀ ਹੈਵ ਡਨ ਦਾ ਹਾਰਡ ਵਰਕ ਫॉर ਪੰਜਾਬ ਜੀ। ਪਰ YouTube ਤੇ ਅੱਜ ਕੱਲ੍ਹ ਦਾ ਜਿਹੜਾ ਮਾਡਲ ਹੈ ਉਹ ਇਹ ਨਹੀਂ ਚੱਲਦਾ ਕਿ ਜੇ ਤੁਹਾਡਾ ਕੰਟੈਂਟ ਲੋਕਾਂ ਨੂੰ ਪਸੰਦ ਆਇਆ ਤਾਂ ਆਟੋਮੈਟਿਕਲੀ ਉਹਨੇ ਰੈਵਨਿਊ ਜਨਰੇਟ ਕਰ ਦੇਣਾ। ਭਾਜੀ ਜੇ ਤੁਸੀਂ ਜ਼ਿੰਦਗੀ ਬਹੁਤ ਛੋਟੀ ਹੈ, ਜਿਹੜਾ ਰੈਵਨਿਊ ਹੈ ਨਾ ਉਹ ਇੰਨਾ ਜ਼ਿਆਦਾ ਨਹੀਂ ਆਉਂਦਾ ਜਿੰਨਾ ਲੋਕਾਂ ਨੂੰ ਲੱਗਦਾ ਹੈ। ਜਿਹੜਾ ਸੱਚ ਦਾ ਰੈਵਨਿਊ ਹੈ ਹਮੇਸ਼ਾ ਹੀ ਬਹੁਤ ਘੱਟ ਆਉਂਦਾ। ਸੱਚ ਨੂੰ ਲੋਕੀ ਵਿਆਹਾਂ ਤੇ ਨਹੀਂ ਗਵਾਉਂਦੇ, ਉੱਥੇ ਤੱਤਾ ਹੀ ਚੱਲਦਾ ਹੈ। ਪੈਗ ਸ਼ੈਗ ਤੋਂ ਇਲਾਵਾ ਤੇ ਆ ਦੂਜੇ ਜਿਹੜੇ ਤੱਤੇ ਬੰਦੂਕਾਂ ਵਾਲੇ ਗੀਤ ਚੱਲਦੇ ਨੇ, ਉੱਥੇ ਆ ਨਹੀਂ ਸੁਣਾਉਣਾ ਕਿਸੇ ਨੇ। ਇਹਦੇ ਪੱਲਿਓਂ ਪੈਸੇ ਲਾ ਕੇ ਪੰਜਾਬ ਜਗਾਉਣ ਦੀ ਗੱਲ ਹੈ। ਜੇ ਪੰਜਾਬ ਜਾਗਿਆ, ਕੁਛ ਵੀ ਜਾਗਿਆ, ਜਿਹਦਾ ਜ਼ਮੀਰ ਜਾਗਿਆ ਬਾਈ, ਉਹ ਤਾਂ ਜ਼ਰੂਰ ਦਿਓ ਜੀ। ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।